ਸਾਡਾ ਦੇਖੋ ਜੀ ਕਾਂਗਰਸ ਦੇ ਖਿਲਾਫ ਦਾ ਮਕਸਦ ਇਹ ਵੀ ਸੀ ਕਿਸੇ ਪਾਰਟੀ ਦੇ ਖਿਲਾਫ ਨਹੀਂ ਹੈ, ਪਰ ਜਦੋਂ ਸਾਡੇ ਹੱਕਾਂ ਦੇ ਖਿਲਾਫ ਇੱਕ ਪਾਰਟੀ ਖੁਦ ਖੜੀ ਹੋ ਕੇ ਆਪਣੀ ਪਾਰਟੀ ਦੇ ਕਰਪਟ ਸਿਸਟਮ ਨੂੰ ਬਚਾਉਣ ਲਈ ਜਦੋਂ ਸਾਡੇ ਖਿਲਾਫ ਖੜੀ ਹੋਏਗੀ ਤਾਂ ਅਸੀਂ ਉਹਦੇ ਖਿਲਾਫ ਖੜਾਂਗੇ, ਚਾਹੇ ਉਹ ਕੋਈ ਵੀ ਪਾਰਟੀ ਹੋਵੇ। ਸਾਡਾ ਸਰ ਕੋਈ ਪੋਲੀਟੀਕਲ ਮੋਟਿਵ ਨਹੀਂ, ਸਾਡਾ ਸਾਰੇ ਅਸੀਂ ਆਮ ਘਰਾਂ ਤੋਂ ਹੈ। ਮੈਂ ਇੱਕ ਡਰਾਈਵਰ ਦਾ ਬੇਟਾ ਹੈ, ਕੋਈ ਬੋਰੀ ਚੱਕਣ ਵਾਲਾ ਹੈ, ਕੋਈ ਕੁਛ ਹੈ, ਕੋਈ ਕਿਸੇ ਦਾ ਫਾਦਰ ਬੋਰੀ ਚੱਕਦਾ ਸੀ। ਸਭ ਸਾਡਾ ਕੋਈ ਪੋਲੀਟੀਕਲ ਬੈਕਗ੍ਰਾਉਂਡ ਨਹੀਂ ਹੈ। ਸਾਡੇ ਕੰਮ ਤੇ ਜਦੋਂ ਡਾਕਾ ਪਿਆ ਸੀ, ਕੰਮ ਦੀ ਰੱਖਿਆ ਕਰਨ ਲਈ ਇਹ ਸਾਰਾ ਸਟੈਪ ਚੱਕਿਆ। ਉਹਨਾਂ ਦੇ ਤੁਸੀਂ ਸ਼ਬਦ ਨਹੀਂ ਸੁਣੇ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਉਹਦਾ ਕੀ ਮਤਲਬ ਹੈ? ਸਿੱਧਾ ਸਿੱਧਾ ਅਫਸਰਾਂ ਨੂੰ ਧਮਕੀ ਹੈ ਵੀ ਕੱਲ ਨੂੰ ਅਸੀਂ ਆਵਾਂਗੇ ਤਾਂ ਅਸੀਂ ਕੀ ਕਰਾਂਗੇ, ਕਿਉਂਕਿ ਇਨਕੁਆਇਰੀ ਤਾਂ ਅਫਸਰ ਨੇ ਕਰਨੀ ਹੈ ਨਾ, ਮੈਂ ਤਾਂ ਨਹੀਂ ਕਰਨੀ ਨਾ। ਉਹ ਮਕਸਦ ਤਾਂ ਉਹਨਾਂ ਦਾ ਇਹ ਹੈ ਵੀ ਉਹਨੂੰ ਪ੍ਰਭਾਵਿਤ ਕਰੀਏ, ਉਹਨਾਂ ਤੇ ਡਰ ਪਾਈਏ ਵੀ ਅਸੀਂ ਜਦੋਂ ਆ ਗਏ ਫਿਰ ਤੁਹਾਨੂੰ ਦੱਸਾਂਗੇ। ਅਸੀਂ ਨਾ ਪਹਿਲਾਂ ਡਰਦੇ ਸੀ, ਨਾ ਅੱਜ ਡਰਦੇ, ਨਾ ਕੱਲ ਡਰਾਂਗੇ। ਇਨਕੁਆਇਰੀ ਨੂੰ ਪ੍ਰਭਾਵਿਤ ਕਰਨ ਲਈ ਕੱਲ ਰਾਜਾ ਵੜਿੰਗ ਜੀ ਨੇ, ਜੋ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ, ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਵਿਜੀਲੈਂਸ ਬਿਊਰੋ ਦਾ ਘਿਰਾਵ ਕਰਾਂਗੇ। ਇਹਦੇ 'ਚ ਸਾਨੂੰ ਸੁਣ ਕੇ ਬੜੀ ਤਕਲੀਫ ਹੋਈ ਤੇ ਅਸੀਂ ਤਾਂ ਐਂ ਲੱਗਿਆ ਵੀ ਇੱਕ ਜ਼ਿੰਮੇਦਾਰ ਪਰਸਨ, ਇੱਕ ਪਾਰਟੀ ਪ੍ਰਧਾਨ ਕਿੱਦਾਂ ਕਹਿ ਸਕਦਾ ਹੈ ਕਿ ਇੱਕ ਕਰਪਟ ਲੀਡਰ ਦੇ ਉੱਪਰ ਜੇ ਇਨਕੁਆਇਰੀ ਹੋ ਰਹੀ ਹੈ ਉਹਨੂੰ ਕਿੱਦਾਂ ਰੋਕਿਆ ਜਾਵੇ, ਕਿੱਦਾਂ ਪ੍ਰਭਾਵਿਤ ਕੀਤਾ ਜਾਵੇ। ਅਸੀਂ ਆਪਸ ਵਿੱਚ ਵਿਚਾਰ ਵਿਮਰਸ਼ ਕੀਤਾ ਤੇ ਅਸੀਂ ਫੈਸਲਾ ਕੀਤਾ ਕਿ ਪ੍ਰੈਸ ਕਾਨਫਰੰਸ ਕਰਾਂਗੇ। ਤੇ ਅੱਜ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ। ਅਸੀਂ ਪ੍ਰੈਸ ਕਾਨਫਰੰਸ ਦੇ ਦੱਸਣ ਦਾ ਸਾਡਾ ਮਕਸਦ ਇਹ ਹੈ, ਕੱਲ ਨੂੰ ਅਸੀਂ ਸਰ ਜਦੋਂ ਇਹ ਧਰਨਾ ਦੇਣਗੇ ਵਿਜੀਲੈਂਸ ਬਿਊਰੋ, ਉਹਦੇ ਪੈਰਲਰ ਅਸੀਂ ਵੀ ਆਪਣਾ ਧਰਨਾ ਦੇਵਾਂਗੇ ਠੇਕੇਦਾਰਾਂ ਵੱਲੋਂ ਇਕੱਠੇ ਹੋ ਕੇ। ਨਾਲ ਹੀ ਸਾਡੇ ਨਾਲ ਟ੍ਰੇਡ ਯੂਨੀਅਨ ਤੇ ਲੇਬਰਸ ਵੀ ਹੋਣਗੀਆਂ। ਅਸੀਂ ਇਹ ਦੱਸਣਾ ਚਾਹੁੰਦੇ ਹਾਂ ਵੀ ਨਾ ਅਸੀਂ ਡਰਦੇ ਹਾਂ, ਨਾ ਅਸੀਂ ਡਰਾਂਗੇ, ਤੇ ਅਸੀਂ ਆਪਣੇ ਹੱਕ ਲੈ ਕੇ ਰਹਾਂਗੇ। ਉਹਦੇ ਲਈ ਸਾਨੂੰ ਮਰਨਾ ਪੈ ਜੇ, ਸ਼ਹੀਦ ਹੋਣਾ ਪੈ ਜੇ, ਜੋ ਵੀ ਦੁੱਖ ਝੱਲਣਾ ਪਵੇ, ਝੱਲਣ ਲਈ ਤਿਆਰ ਹੈ ਕਿ ਪਰ ਇਹਨਾਂ ਦੀ ਲੁੱਟ ਨਹੀਂ ਅਸੀਂ ਹੋਣ ਦਿਆਂਗੇ। ਰਾਜਾ ਵੜਿੰਗ ਜੀ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਦੇਖੋ ਤੁਹਾਡੇ ਬਾਰੇ ਸਾਨੂੰ ਲੋਕ ਗੱਲਾਂ ਕਰਦੇ ਸੀ ਆ ਕੇ, ਪਰ ਅਸੀਂ ਨਹੀਂ, ਸਾਡੇ ਕੋਲ, ਮੈਂ ਉਸ ਗੱਲ ਦੀ ਪੁਸ਼ਟੀ ਨਹੀਂ ਕਰ ਰਿਹਾ, ਮੈਂ ਕੋਈ ਪੁਸ਼ਟੀ ਨਹੀਂ ਕਰ ਰਿਹਾ, ਪਰ ਸਾਨੂੰ ਬੜੀ ਤਕਲੀਫ ਹੋਈ। ਪਰ ਮੈਨੂੰ ਇਦਾਂ ਲੱਗਦਾ ਵੀ ਸ਼ਾਇਦ ਤੁਸੀਂ ਹੁਣ ਸ਼ੈਲਟਰ ਕਰ ਰਹੇ ਹੋ ਆਪਣੇ ਕਰਪਟ ਮੰਤਰੀਆਂ ਨੂੰ। ਸ਼ੈਲਟਰ ਨਾ ਕਰੋ, ਉਹਨਾਂ ਨੂੰ ਕਹੋ ਇਨਕੁਆਇਰੀ ਜੁਆਇਨ ਕਰਨ। ਇਨਕੁਆਇਰੀ ਜੁਆਇਨ ਕਰਕੇ ਜਿਹੜੀ ਇੰਡੀਪੈਂਡੈਂਟ ਏਜੰਸੀਆਂ ਨੂੰ ਅਧਿਕਾਰ ਮਿਲੇ ਹੋਏ ਨੇ ਉਹਨਾਂ ਨੂੰ ਕੰਮ ਕਰਨ ਦਿਓ। ਕੋਰਟ ਬੈਠੀ ਹੈ, ਕੋਰਟ ਆਪਣਾ ਕੰਮ ਕਰੇਗੀ, ਉਹ ਸਹੀ ਹੋਣਗੇ ਤਾਂ ਫਾਰਿਗ ਹੋ ਜਾਣਗੇ। ਜੇ ਗਲਤ ਹੈ ਤਾਂ ਸਜ਼ਾ ਮਿਲ ਜੇਗੀ। ਇਹਦੇ 'ਚ ਉਹਨਾਂ ਨੂੰ ਘਿਰਾਵ ਕਰਨ ਦੀ ਕੀ ਲੋੜ ਹੈ? ਜੇ ਉਹ ਘਿਰਾਵ ਕਰਨਗੇ, ਅਸੀਂ ਵੀ ਕੱਲ ਪੈਰਲਰ ਉੱਥੇ ਧਰਨਾ ਦੇਵਾਂਗੇ। ਲੋੜ ਪਈ ਅਸੀਂ ਕਾਂਗਰਸ ਦਫ਼ਤਰ ਦਾ ਖੁਦ ਘਿਰਾਵ ਕਰਾਂਗੇ। ਉਸ ਤੋਂ ਇਲਾਵਾ ਜਿਹੜੇ ਕੱਲ ਰਕੇਸ਼ ਸਿੰਗਲਾ ਜੀ ਡਿਸਮਿਸ ਕੀਤੇ ਗਏ ਡਿਪਾਰਟਮੈਂਟ ਤੋਂ, ਉਹਨਾਂ ਬਾਰੇ ਮੈਂ ਕੋਈ ਡਿਟੇਲ ਦੇਣਾ ਚਾਹੁੰਦਾ। ਇਹ ਮੇਨ ਕੜੀ ਸੀ ਜੀ ਆਪਣੇ ਭਾਰਤ ਭੂਸ਼ਣ ਆਸ਼ੂ ਜੀ ਦੀ। ਇਹਨਾਂ ਦੇ ਖਿਲਾਫ 2017 ਦੇ ਵਿੱਚ ਇੱਕ ਆਰਡਰ ਆਉਂਦਾ ਹੈ ਜਿਹਦੇ ਵਿੱਚ ਇਹ 5 ਚਾਰਜ ਸ਼ੀਟਾਂ ਨੇ ਇਹਨਾਂ ਦੇ ਖਿਲਾਫ 85 ਕਰੋੜ ਦੀਆਂ ਅਲੱਗ-ਅਲੱਗ। ਇੱਥੇ ਇਹਨਾਂ ਨੂੰ ਆਰਡਰ ਵਿੱਚ ਕਿਹਾ ਜਾਂਦਾ ਕਿ ਤੁਸੀਂ ਕੈਨੇਡਾ 'ਚ 16 ਸਾਲ ਤੋਂ ਲਗਭਗ ਪਿਛਲੇ 16 ਸਾਲ ਤੋਂ ਇਹ ਸ਼ਾਇਦ ਕੈਨੇਡਾ ਵਿੱਚ PR ਹੈ, ਵੀ ਤੁਸੀਂ ਇੱਥੋਂ ਇਲੀਗਲੀ ਮਨੀ ਲੈ ਕੇ ਭੱਜ ਜਾਓਗੇ। ਇਹਨਾਂ ਨੇ ਡਿਪਾਰਟਮੈਂਟ ਨੂੰ ਨਹੀਂ ਦੱਸਿਆ। ਤੁਹਾਡੇ ਅਲੱਗ-ਅਲੱਗ ਐਡਰੈਸ ਹੈ, ਸਾਨੂੰ ਤੁਹਾਡੇ ਤੱਕ ਪਹੁੰਚਣਾ ਵੀ ਮੁਸ਼ਕਿਲ ਹੋ ਰਿਹਾ ਹੈ। ਤੇ ਇਹਨਾਂ ਨੇ ਸਮੇਂ ਤੋਂ ਪਹਿਲਾਂ VRS ਮੰਗੀ ਸੀ, ਜੋ ਰਿਫਿਊਜ਼ਲ ਕਰ ਦਿੱਤੀ ਗਈ। ਉਸ ਤੋਂ ਬਾਅਦ 2017 ਦੇ ਵਿੱਚ ਕਾਂਗਰਸ ਸਰਕਾਰ ਬਣਦੀ ਹੈ। ਪਹਿਲਾਂ ਡਿਪਾਰਟਮੈਂਟ ਸ਼ਾਇਦ ਕੈਪਟਨ ਸਾਹਿਬ ਕੋਲੇ ਹੁੰਦਾ, ਉਸ ਤੋਂ ਬਾਅਦ 2018 ਅਪ੍ਰੈਲ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਜੀ ਕੋਲੇ ਆ ਜਾਂਦਾ ਹੈ। ਆਸ਼ੂ ਜੀ ਆਂਦੇ ਹੀ ਰਕੇਸ਼ ਕੁਮਾਰ ਸਿੰਗਲਾ ਆਪਣੇ ਚੇਤੇ ਆਫੀਸਰ ਨੂੰ CVC ਸੈਂਟਰਲ ਵਿਜੀਲੈਂਸ ਕਮੇਟੀ ਦਾ ਚੇਅਰਮੈਨ ਲਗਾ ਦਿੰਦੇ ਆ। ਇਹਦਾ ਕੰਮ ਹੁੰਦਾ ਪੰਜਾਬ ਦੀ ਕਣਕ ਦੀ ਰਾਖੀ ਕਰਨਾ। ਕਿੰਨੀ ਪੰਜਾਬ ਦੀ ਕਣਕ ਦੀ ਰਾਖੀ ਹੋ ਰਹੀ ਹੈ ਇਸ ਟਾਈਮ ਜੱਗ ਜ਼ਾਹਰ ਹੈ। ਹਰ ਤੁਸੀਂ ਦੇਖੋ ਦੂਏ ਚੌਥੇ ਦਿਨ ਤੁਹਾਨੂੰ ਖਬਰ ਸੁਣਨ ਨੂੰ ਮਿਲਦੀ ਹੈ ਇੰਨੇ ਕਰੋੜਾਂ ਦੀ ਕਣਕ ਘਟ ਗਈ। ਦੂਸਰੇ ਨੰਬਰ ਤੇ ਜਿਹੜਾ ਸਾਡਾ ਐਲੀਗੇਸ਼ਨ ਸੀ ਸਾਡੇ ਕੰਮ ਦਾ, ਉਹਦੇ ਤੇ ਇਹਨਾਂ ਨੇ ਮੰਤਰੀ ਜੀ ਦੀ ਛਤਰ ਛਾਇਆ ਵਿੱਚ 4/1/2019 ਨੂੰ ਉਸਦੇ ਮੌਜੂਦਾ ਕੰਮ ਦੇ ਨਾਲ ਵਿਭਾਗ ਦੇ ਲੇਬਰ ਅਤੇ ਟਰਾਂਸਪੋਰਟ ਪਾਲਿਸੀ ਦਾ ਕੰਮ ਵੀ ਅਲਾਟ ਕਰ ਦਿੱਤਾ ਗਿਆ। ਇੰਨੇ ਕਰਪਟ ਬੰਦੇ ਨੂੰ ਦੂਸਰਾ ਕੰਮ ਵੀ ਬਹੁਤ ਵਧੀਆ ਜ਼ਿੰਮੇਵਾਰੀ ਦਾ ਦੇ ਦਿੱਤਾ ਗਿਆ। ਤੀਜੇ ਨੰਬਰ ਤੇ ਇਹਨਾਂ ਨੂੰ ਡਿਪਾਰਟਮੈਂਟ ਦੇ ਕਰੇਟਾਂ ਦਾ ਕੰਮ ਵੀ ਨਾਲ ਦੇਤਾ। ਸਾਰੇ ਕੰਮ ਇਹਨਾਂ ਨੇ ਸਾਂਭਣੇ ਸੀ ਕਿਉਂਕਿ ਇਹ ਚਹੇਤੇ ਸੀ ਨਾ, ਇਹ ਬਹੁਤ ਅੱਛੇ ਤਰੀਕੇ ਨਾਲ ਪੈਸਾ ਕਲੈਕਸ਼ਨ ਇਕੱਠਾ ਕਰਕੇ ਦੇ ਸਕਦੇ ਸੀ। ਉਸ ਤੋਂ ਇਲਾਵਾ ਦੇਖੋ ਸਰ, ਆਹ ਤਰੀਕੇ ਬਣਾਏ ਇਹਨਾਂ ਨੇ, ਕੋਈ ਫੋਨ ਕਾਲਸ ਵੀ ਰੱਖੀਆਂ, ਕੋਈ ਡਾਇਰੈਕਟ ਮੀਟਿੰਗ ਕਰਕੇ ਵੀ ਜਿਹਨੂੰ ਇਹ ਕਹਿੰਦੇ ਸੀ ਉਹਨੂੰ ਹੀ ਠੇਕਾ ਦਿੱਤਾ ਜਾਂਦਾ ਸੀ। ਇੱਕ MLA ਆਪਣੇ ਮੰਤਰੀ ਨੂੰ ਸਿਫਾਰਿਸ਼ ਕਰਦਾ ਮੇਰੇ ਫਲਾਣੇ ਬੰਦੇ ਨੂੰ ਠੇਕਾ ਦਿਓ, ਜਦਕਿ ਟੈਂਡਰ ਆਨਲਾਈਨ ਹੁੰਦਾ, ਇਹਦੇ 'ਚ ਕੋਈ ਕਰ ਵੀ ਨਹੀਂ ਸਕਦਾ ਕੁਝ ਵੀ। ਔਰ ਜਦੋਂ ਇਹਨਾਂ ਨੇ ਇਹ ਕਿਉਂ ਕੀਤਾ? ਕਿਉਂਕਿ ਸਰ ਛੋਟੇ ਠੇਕੇਦਾਰਾਂ ਤੋਂ ਪੈਸਾ ਨਹੀਂ ਮਿਲ ਸਕਦਾ ਸੀ, ਉਹ ਕੰਪੀਟੀਸ਼ਨ ਕਰਦੇ ਸੀ। ਇਹਨਾਂ ਨੇ ਪੈਸਾ ਇਕੱਠਾ ਕਰਨ ਲਈ ਵੱਡੇ ਠੇਕੇਦਾਰਾਂ ਦਾ 25-30 ਬੰਦਿਆਂ ਦਾ ਇੱਕ ਗਰੁੱਪ ਬਣਾਇਆ। ਗਰੁੱਪ ਨਾਲ ਲੁੱਟਣ ਦੀ ਇੱਕ ਸਾਜ਼ਿਸ਼ ਬਣਾਈ, ਜਿਹਦਾ ਮੇਨ ਕੜੀ ਦਾ ਕੰਮ ਕੀਤਾ, ਪੁਲ ਦਾ ਕੰਮ ਕੀਤਾ ਰਕੇਸ਼ ਕੁਮਾਰ ਸਿੰਗਲਾ ਨੇ, ਜੋ ਕਿ ਠੇਕੇਦਾਰਾਂ ਨੂੰ ਵੀ ਜਾਣਦਾ ਸੀ ਤੇ ਮੰਤਰੀ ਸਾਹਿਬ ਨੂੰ ਵੀ ਜਾਣਦਾ ਸੀ।
ਜਿਹਨੇ ਦੋਨਾਂ ਪਾਸੋਂ ਇੱਧਰ ਉੱਧਰ ਜਾ ਕੇ ਇਧਰੋਂ ਪੈਸਾ ਲੈ ਕੇ ਉੱਧਰ ਦੇਤਾ, ਉਧਰੋਂ ਪਾਲਿਸੀ ਲੈ ਕੇ ਠੇਕੇਦਾਰਾਂ ਦੇ ਹੱਥ ਫੜਾ ਦਿੱਤੀ ਵੀ ਤੁਹਾਡੇ ਫੇਵਰ ਦੀ ਪਾਲਿਸੀ ਬਣ ਗਈ ਆ। ਇਸ ਦਾ ਅਸੀਂ ਸਖਤ ਵਿਰੋਧ ਕਰਦੇ ਹਾਂ। ਰਾਜਾ ਵੜਿੰਗ ਜੀ ਨੂੰ ਇੱਕ ਬਹੁਤ ਸਾਫ਼ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜੇ ਤੁਸੀਂ ਇਸ ਦੇਸ਼ ਦੇ ਲੋਕਤੰਤਰ ਤੇ ਵਿਸ਼ਵਾਸ ਨਹੀਂ ਕਰਦੇ ਤਾਂ ਤੁਸੀਂ ਸ਼ਾਇਦ ਐਡੀ ਵੱਡੀ ਪਾਰਟੀ ਕਹਾਉਣ ਦੇ ਲਾਇਕ ਨਹੀਂ ਹੋ। ਇੱਕ ਲੋਕਤੰਤਰ ਨੂੰ ਤੁਸੀਂ ਜੋ ਇੰਡੀਪੈਂਡੈਂਟ ਏਜੰਸੀ ਹੈ ਕਿਸੇ ਨੂੰ ਅਧਿਕਾਰ ਦਿੱਤਾ, ਤੁਸੀਂ ਉਹਦੇ ਖਿਲਾਫ ਕਿੱਦਾਂ ਧਰਨਾ ਦੇ ਸਕਦੇ ਹੋ? ਜੋ ਤੁਹਾਡਾ ਅਧਿਕਾਰ ਹੈ ਤੁਸੀਂ ਕੋਰਟ ਜਾਓ, ਤੁਸੀਂ ਗਏ ਹੋਏ ਹੋ। ਆਸ਼ੂ ਜੀ 4 ਵਾਰ ਉੱਥੇ ਤਰੀਕਾ ਮੰਗ ਚੁੱਕਿਆ, ਸਮਾਂ ਮੰਗ ਚੁੱਕਿਆ, ਕੋਈ ਕਾਗਜ਼ ਹੀ ਨਹੀਂ ਪੇਸ਼ ਕਰ ਰਹੇ। ਕੀ ਦੇਣਾ ਚਾਹੁੰਦੇ ਆ? ਉਹਨਾਂ ਨੂੰ ਇਨਕੁਆਇਰੀ ਤੋਂ ਡਰ ਕਿਸ ਗੱਲ ਦਾ ਹੈ? ਇਨਕੁਆਇਰੀ ਦੇ ਵਿੱਚ ਕੋਈ ਵੀ ਜੁਆਇਨ ਹੋਵੇ, ਪਰ ਅਸੀਂ ਇਹ ਗੱਲ ਕਹਾਂਗੇ ਅਸੀਂ ਬਿਲਕੁਲ ਨਹੀਂ ਡਰਦੇ। ਜੇ ਅਸੀਂ ਜੋ ਉਹ ਸਾਡੇ ਇਨਕੁਆਇਰੀ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਅਸੀਂ ਬੰਦ ਕਰਾਂਗੇ, ਉਸ ਚੀਜ਼ ਨੂੰ ਉਹ ਨਹੀਂ ਚੱਲਣ ਦੇਵਾਂਗੇ। ਬਾਬਾ ਯਾਮੀਨ ਬੰਗਾਲੀ 골ਡ ਮੈਡਲਿਸਟ ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ। ਦੇਸ਼ ਵਿਦੇਸ਼ 'ਚ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਨੇ। ਘਰ ਬੈਠੇ 11 ਮਿੰਟਾਂ 'ਚ 101% ਦੀ ਗਾਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁਠਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਿਹੜੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਬਨ, ਜਾਦੂ ਟੋਣਾ, ਮਨਮੋਹਣੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ, ਰੁੱਸੇ ਨੂੰ ਮਨਾਉਣਾ, ਪਿਆਰ ਮੁਹੱਬਤ। ਬਾਬਾ ਯਾਮੀਨ ਬੰਗਾਲੀ 9645303221।